कुठिया मास ना खाइए। एक गुरु के सिंह ने कुठिया होया मास, कोया होया मास कदे नहीं खाना है। ये झटका अखर खालसा जी कित्थों चलिया, क्यों चलाउणा पिया? किसी मौके ते ਸਿੰਘਾਂ ਦੇ ਵਿੱਚ प्रचलित सी झटका। कारण की सी? मुसलमान गुड़ अखर नहीं सी सानू कहण दिंदे, कहंदे सी गुरु दा नाम विच आ जांदा गुड़ अखर हुंदा, इस वास्ते रोड़ी कहो, गुड़ नहीं कहण देना। फिर वो कहंदे सन हिंदुआं नूं सिर ते पग नहीं बन्नण देनी, तख्त दे मालक नहीं बन देना, घोड़ी ते नहीं चढ़न देना, शस्त्र नहीं पकड़न देना, फौजां नहीं रखण देणियां, कणक दी रोटी नहीं खाण देनी, धात दे भांडे विच नहीं पकाउण देना, मिट्टी दीयां कनालियां विच पकाउण, मंदिर द्वारे ढाए गए ते ठौड़ी मासी को सारा, मारन गऊ गरीब नूं धरती उपर पाप बिथारा। ते कोया होया मास खाना है, ढाई छुरियां फेर करके। धन सतगुरु सच्चे पातशाह जिन्होंने खालसा जी साडे ते किरपा की। गरीब नवाज सच्चे पातशाह ने सब तो वध घोड़े की सवारी नूं पसंद क्यों किया? अकाल तख्त साहब रचिया क्यों? कलगियां क्यों सीस ते सजाइयां? हथ विच बाज क्यों पकड़े? शस्त्र क्यों पहरे? तख्त साहब क्यों रचे? फौजां क्यों बनाईयां? क्योंकि इन्हां सारियां ही गल्लां दी ममानत कीती हुई सी। मुसलमानों ने 1100 साल तो राज करदियां करदियां ने हिंदुआं विचारिਆਂ ਨੂੰ ਇੰਨਾ दबा दिता सी, वो कुछ नहीं सन सकते, बोल नहीं सन सकते। गुलामी ਦੀਆਂ जजीरां विच ऐसे जकड़े हुए सन। स्वय रखिया जिहड़ी सी ਇਹ ਤਾਂ ਸੁਭਾਅ ਤੇ ਵੀਰ ਆਪਣੇ ਦਾ ਸੁਭਾਅ ਮੁੱਕ ਚੁੱਕਾ ਸੀ। ਵੱਡੀ ਗੱਲ ਅਹਿੰਸੋ ਪਰਮਾ ਧਰਮਾ ਬੋਧੀਆਂ ਜੈਨੀਆਂ ਆਦਿਕ ਨੇ ਇਹ ਗ੍ਰਹਿਣ ਕਰ ਲਈ। ਮੁਸਲਮਾਨ ਗਊਆਂ ਅੱਗੇ ਲਾਈ ਆਉਣੀਆਂ ਤੇ ਮਗਰ ਤੋਪਾਂ ਤੇ ਰਫਲਾਂ ਤੇ ਨੇਜੇ ਤੇ ਭੱਲੇ ਤੇ ਸਾਰਿਆਂ ਨੂੰ ਲੁੱਟ ਕੁੱਟ ਕੇ ਬਰਬਾਦ ਕਰਕੇ ਮੁੜ ਜਾਣਾ ਤੇ ਇਧਰ ਅਹਿੰਸੋ ਪਰਮਾ ਧਰਮਾਂ ਹੀ ਚੱਕੀ ਫਿਰਦੇ ਸਨ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੁੱਤਾ ਹੋਇਆ ਵੀਰ ਰਸ ਆਪ ਜੀ ਨੇ ਕਿਰਪਾ ਕਰਕੇ ਜਗਾਇਆ। ਅਕਾਲ ਤਖਤ ਸਾਹਿਬ ਰੱਜ ਕੇ ਕਿਹਾ ਕਿ ਇਹ ਝੂਠੇ ਪਾਤਸ਼ਾਹ ਹਨ ਜਿਨੇ ਦੁਨੀਆ ਦੇ ਹਨ, ਪਰ ਧੰਨ ਸਤਿਗੁਰੂ ਛੇਵੇਂ ਪਾਤਸ਼ਾਹ ਨੂੰ ਸਾਰੇ ਸਤਿਗੁਰਾਂ ਨੂੰ ਲੋਕਾਂ ਨੇ ਸੱਚੇ ਪਾਤਸ਼ਾਹ ਕਿਹਾ। ਸੱਚੇ ਪਾਤਸ਼ਾਹ। ਫਿਰ ਘੋੜੇ ਤੇ ਸਵਾਰੀ ਕੀਤੀ। ਅਸੀਂ ਘੋੜੇ ਤੇ ਸਵਾਰੀ ਕਰਾਂਗੇ। ਅਸੀਂ ਸ਼ਾਂਤ ਰਸ ਵਿੱਚ ਰਹਿ ਕੇ ਕੁਰਬਾਨੀ ਕਰਨ ਦੀ ਹੱਦ ਕਰ ਦਿੱਤੀ। ਤਤੀਆਂ ਤਵੀਆਂ ਤੇ ਬੈਠ ਕੇ ਕੋਈ ਸਰਾਪ ਨਹੀਂ ਦਿੱਤਾ। ਉਬਲ ਦੀ ਦੇਗ ਵਿੱਚ ਬੈਠ ਕੇ ਕੋਈ ਬਚਨ ਨਹੀਂ ਕਿਹਾ। ਤਤਾ ਰੇਤਾ ਸੀਸ ਵਿੱਚ ਪੈਣ ਤੋਂ ਮਨ ਵਿੱਚ ਘਬਰਾਹਟ ਨਹੀਂ ਆਈ। ਠੰਡੇ ਜਲ ਵਿੱਚ ਇਸ਼ਨਾਨ ਕਰਵਾਉਣ ਤੋਂ ਕਿਸੇ ਪ੍ਰਕਾਰ ਚਿਹਰੇ ਤੇ ਵੱਟ ਨਹੀਂ ਪਾਇਆ। ਜ਼ੁਲਮ ਦਾ ਨਾਸ਼ ਕਰਨ ਵਾਸਤੇ ਵੱਧ ਤੋਂ ਵੱਧ ਕੁਰਬਾਨੀ ਦੇ ਕੇ ਸ਼ਹੀਦਾਂ ਦੇ ਸਰਤਾਜ ਬਣੇ। ਪਰ ਉਹ ਲੋਕ ਜਿਹੜੇ ਹਿੰਦੂਆਂ ਨੂੰ ਇਹ ਸਮਝਦੇ ਸਨ ਕਿ ਸਾਡੇ ਬੱਕਰੇ ਹਨ, ਜਦੋਂ ਚਾਹੀਏ ਅਸੀਂ ਇਹਨਾਂ ਨੂੰ ਕੋਹ ਲੈਣਾ ਤੇ ਵੱਢ ਲੈਣਾ ਹੈ। ਜ਼ਰੂਰੀ ਸੀ ਕਿ ਵੀਰ ਰਸ ਫਿਰ ਉਸ ਮੌਕੇ ਤੇ ਭਰਿਆ ਜਾਂਦਾ। ਤਾਈਏ ਛੇਵੇਂ ਪਾਤਸ਼ਾਹ ਜੀ ਨੇ ਜਦੋਂ ਪੰਜਵੇਂ ਪਾਤਸ਼ਾਹ ਜੀ ਦਾ ਸੁਨੇਹਾ ਪੁੱਜਾ ਕਿ ਆਪ ਸ਼ਹੀਦ ਹੋ ਕੇ ਜੋਤੀ ਜੋਤ ਸਮਾ ਗਏ ਹਨ, ਪਹਿਲੇ ਦਿਨ ਹੀ ਪਰਨ ਕੀਤਾ ਕਿ ਅਸੀਂ ਹੁਣ ਤਖਤ ਸਾਹਿਬ ਰਚਾਂਗੇ, ਅਸੀਂ ਫੌਜਾਂ ਰੱਖਾਂਗੇ, ਅਸੀਂ ਘੋੜ ਸਵਾਰ ਹੋਵਾਂਗੇ, ਅਸੀਂ ਸੀਸ ਤੇ ਕਲਗੀਆਂ ਸਜਾਵਾਂਗੇ, ਅਸੀਂ ਇੱਕ ਸ਼ਸਤਰ ਨਹੀਂ 2 ਕਿਰਪਾਨਾਂ ਪਹਿਰਾਂਗੇ, ਅਸੀਂ ਹੱਥ ਵਿੱਚ ਬਾਜ ਪਕੜਾਂਗੇ, ਚਿੱਟਾ ਬਾਜ ਹੋਵੇਗਾ, ਸੁਲ੍ਹਾ ਸਾਰਿਆਂ ਦੇ ਨਾਲ। ਪਰ ਜੇ ਕੋਈ ਅੜੇਗਾ ਤਾਂ ਜਿਵੇਂ ਬਾਜ ਸਾਰੇ ਪੰਛੀਆਂ ਨੂੰ ਮਾਰ ਕੇ ਖਾ ਜਾਂਦਾ ਹੈ, ਨਹੀਂ ਛੱਡਾਂਗੇ। ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਨੇ ਸੁੱਤਾ ਹੋਇਆ ਵੀਰ ਰਸ ਗਰੀਬ ਨਵਾਜ ਨੇ ਕਿਰਪਾ ਕਰਕੇ ਖਾਲਸਾ ਜੀ ਜਗਾਇਆ। ਸੋ ਉਸ ਮੌਕੇ ਤੇ ਜਿਹੜੇ ਕਹਿੰਦੇ ਸਨ ਕਿ ਕੇਵਲ ਕੁੱਠਾ ਹੋਇਆ ਮਾਸ ਖਾਓ, ਉਸ ਮੌਕੇ ਤੇ ਝਟਕਾ ਸ਼ੁਰੂ ਹੋਇਆ ਸੀ ਮੁਕਾਬਲੇ ਤੇ ਕਿ ਝਟਕਾ ਕਰਕੇ ਖਾਣਗੇ ਜਿਹੜੇ ਖਾਣਗੇ। ਇਹ ਮੁਕਾਬਲੇ ਤੇ ਖਾਲਸਾ ਜੀ ਇੱਕ ਚੀਜ਼ ਸੀ ਜ਼ਬਾਨ ਦੇ ਸਵਾਦ ਵਾਸਤੇ। ਕਦੇ ਬੱਕਰਿਆਂ ਨੂੰ ਵੱਢ ਵੱਢ ਕੇ ਖਾਣਾ ਗੁਰੂ ਘਰ ਦੇ ਵਿੱਚ ਇਹ ਆਗਿਆ ਨਹੀਂ ਹੋਈ। ਸੋ ਕਦੇ ਪੜ੍ਹਿਆ ਹੋਣਾ ਮਾਨ ਸਿੰਘ ਰਾਜਾ, ਜੈ ਸਿੰਘ ਸਵਾਈ ਰਾਜਾ, ਬਿਸ਼ਨ ਸਿੰਘ ਰਾਜਾ, ਇਹ ਸਾਰੇ ਰਾਜਪੂਤ ਰਾਜੇ ਸਨ। ਸੋ ਬਿਸ਼ਨ ਸਿੰਘ ਦੀ ਸਹਾਇਤਾ ਸਤਿਗੁਰੂ ਨਾਵੇਂ ਪਾਤਸ਼ਾਹ ਨੇ ਕੀਤੀ। ਜੈ ਸਿੰਘ ਸਵਾਈ ਸਤਿਗੁਰੂ 8ਵੇਂ ਪਾਤਸ਼ਾਹ ਨੂੰ ਬੇਨਤੀ ਕਰਕੇ ਦਿੱਲੀ ਵਿੱਚ ਲਗਿਆ। ਮਾਨ ਸਿੰਘ ਰਾਜਾ ਬਿਸ਼ਨ ਸਿੰਘ ਦਾ ਦਾਦਾ ਸੀ। ਇਹ ਸਾਰੇ ਜੈਪੁਰ ਜੋਧਪੁਰ ਦੇ ਰਾਜੇ ਸਨ। ਸਿੰਘ ਨਾਮ ਛੇੜਦਾ ਹੈ, ਸਿੰਘ ਕਹਿ ਦਿੰਦੇ ਹਨ, ਛੀ ਨਾਮ ਹੀ ਛੇੜਦਾ ਹੈ। ਮੁਸਲਮਾਨਾਂ ਨੇ ਹੁਕਮ ਕਰ ਦਿੱਤਾ ਸੀ ਨਰੰਗੇ ਨੇ ਕਿ ਕੋਈ ਵੀ ਆਪਣੇ ਨਾਮ ਦੇ ਨਾਲ ਸਿੰਘ ਨਹੀਂ ਰੱਖ ਸਕਦਾ, ਛੀ ਨਹੀਂ ਕਹਾ ਸਕਦਾ, ਸਿੰਘ ਨਹੀਂ ਕਹਾ ਸਕਦਾ, ਕਿਉਂਕਿ ਨਾਮ ਰੱਖਣ ਦੇ ਵਿੱਚ ਜਦੋਂ ਸ਼ੇਰ ਬਣ ਗਿਆ ਤਾਂ ਕਿਤੇ ਤਾਕਤ ਨਾ ਆ ਜਾਂਦੀ ਹੋਵੇ। ਇਹ ਚੜ੍ਹਦੀਆਂ ਕਲਾ ਵਾਲਾ ਬੋਲਾ ਹੈ, ਇਸ ਵਾਸਤੇ ਸਿੰਘ ਕੋਈ ਨਾਮ ਨਹੀਂ ਰਖਾ ਸਕਦਾ।
ਹਜੂਰ ਕਲਗੀਆਂ ਵਾਲੇ ਨੇ ਕਿਹਾ ਜਿੰਨੇ ਵੀ ਸਾਡੇ ਪੈਦਾ ਹੋਣਗੇ ਸਾਰਿਆਂ ਦਾ ਨਾਮ ਹੀ ਸਿੰਘ ਹੋਵੇਗਾ, ਅੱਧਾ ਨਾਮ ਰੱਖਣ ਦੇਣਾ ਹੀ ਨਹੀਂ। ਸੋ ਖਾਲਸਾ ਜੀ, ਅੱਧਾ ਨਾਮ ਲੈਣਾ ਸਿੰਘ ਦਾ ਕਲਗੀਆਂ ਵਾਲੇ ਦਾ ਹੁਕਮ ਹੈ ਰਹਿਤਨਾਮੇ ਵਿੱਚ ਕਿ ਉਹ ਤਨਖਾਹੀਆ ਹੈ। ਤੇ ਮਾਈਆਂ ਦਾ ਨਾਮ ਕੌਰ। ਇਹ ਕੌਰ ਕਿਹਨੂੰ ਕਹਿੰਦੇ ਨੇ? ਇੱਕ ਟਿੱਕਾ ਹੁੰਦਾ ਪਾਤਸ਼ਾਹ ਦਾ ਟਿੱਕਾ, ਉਸ ਤੋਂ ਉਹ ਵੱਡਾ ਜਿਹੜਾ ਪੁੱਤਰ ਹੋਵੇ, ਵੱਡਾ ਪੁੱਤਰ ਪਹਿਲਾ ਵਲੀ ਅਹਿਦ ਜਿਸ ਨੂੰ ਕਹਿੰਦੇ ਰਾਜ ਦਾ ਹੱਕਦਾਰ ਹੁੰਦਾ ਸੀ, ਵੱਡੇ ਪੁੱਤਰ ਨੂੰ ਰਾਜ ਮਿਲਣਾ ਤੇ ਛੋਟਾ ਪੁੱਤਰ ਕੰਵਰ ਕਹਾਉਂਦਾ ਸੀ। ਕਿੰਨੇ ਵੀ ਛੋਟੇ ਪੁੱਤਰ ਹੋਣ ਉਹਨਾਂ ਨੂੰ ਕੰਵਰ ਜੀ ਕਿਹਾ ਜਾਂਦਾ ਸੀ, ਕੰਵਰ ਜੀ। ਧੰਨ ਗੁਰੂ ਸੱਚੇ ਪਾਤਸ਼ਾਹ ਨੇ ਸਿੰਘ ਨੂੰ ਆਪਣਾ ਟਿੱਕਾ ਪੁੱਤਰ ਬਣਾਇਆ ਤੇ ਧੀਆਂ ਭੈਣਾਂ ਨੂੰ ਸੱਚੇ ਪਾਤਸ਼ਾਹ ਨੇ ਕੌਰ ਬਣਾਇਆ, ਛੋਟੇ ਪੁੱਤਰ ਆਪਣੇ ਬਣਾਇਆ। ਕਿੱਡੀ ਵੱਡੀ ਦਾਤ ਮਹਾਰਾਜ ਨੇ ਦਿੱਤੀ। ਤੇ ਅੱਜ ਕੱਲ੍ਹ ਅਫਸੋਸ ਕਿ ਨਵੀਂ ਰੌਸ਼ਨੀ ਪ੍ਰਾਪਤ ਹੋਈ, ਅੱਧਾ ਨਾਮ ਹੀ ਲੈ ਲੈਣਾ, ਅੱਧਾ ਨਾਮ ਲੈਣਾ, ਬੀਬੀਆਂ ਦਾ ਨਾਮ ਹੀ ਅੱਧਾ ਤੇ ਸਿੰਘਾਂ ਦਾ ਨਾਮ ਹੀ ਅੱਧਾ। ਕਿੱਥੇ ਸਤਿਗੁਰੂ ਜੀ ਨੇ ਆਪਣੇ ਟਿੱਕੇ ਬਣਾਇਆ ਕਿ ਅਸੀਂ ਗੁਰੂ ਕੇ ਟਿੱਕੇ ਨਹੀਂ ਬਣਨਾ, ਅਸੀਂ ਅਧੂਰੇ ਹੀ ਰਹਿਣਾ ਤੇ ਅਸੀਂ ਗੁਰੂ ਕੇ ਪੁੱਤਰੀਆਂ ਨਹੀਂ ਬਣਨਾ, ਅਸੀਂ ਘੱਟ ਰਹਿਣਾ ਹੈ। ਮੱਲੋ ਜੋਰੀ ਕਿਸੇ ਨੂੰ ਜਿਹੜਾ ਅਹੁਦਾ ਪ੍ਰਾਪਤ ਹੋਇਆ ਨੂੰ ਆਪਣੇ ਹੱਥੀਂ ਕੋਈ ਸਿਆਣਾ ਕਦੇ ਗਵਾਉਂਦਾ ਨਹੀਂ। ਵੀਰ ਚੱਕਰ ਮਿਲਦੇ ਨੇ, ਪਰਮ ਵੀਰ ਚੱਕਰ ਮਿਲਦੇ ਨੇ, ਇਹੋ ਜਿਹੀਆਂ ਚੀਜ਼ਾਂ ਅੱਜ ਕੱਲ੍ਹ ਲੋਕਾਂ ਨੂੰ ਮਿਲਦੀਆਂ ਨੇ। ਜਦੋਂ ਕੋਈ ਬਹਾਦਰੀ ਕਰਦੇ ਆ ਭਲਾ ਉਹ ਲਾਹ ਕੇ ਸਿੱਟ ਦਿੰਦੇ ਆ, ਲੈ ਜਾਓ ਪਰੇ, ਸਾਨੂੰ ਨਹੀਂ ਇਹਨਾਂ ਦੀ ਲੋੜ, ਕਦੇ ਵੀ ਨਹੀਂ। ਤੇ ਸਾਨੂੰ ਸੱਚੇ ਪਾਤਸ਼ਾਹ ਨੇ ਐਡੀਆਂ ਕਾਲਣਾ ਘਾਲ ਕੇ ਪਰਿਵਾਰ ਵਾਰ ਕੇ ਦਾਤਾਂ ਦਿੱਤੀਆਂ, ਸਿੰਘ ਨਾਮ ਤੇ ਕੌਰ ਨਾਮ। ਅਫਸੋਸ ਹੈ ਕਿ ਅੱਜ ਅਸੀਂ ਲਾਡ ਵਿੱਚ ਆ ਕੇ ਹੀ ਆਪਣੀ ਬਖਸ਼ ਪ੍ਰਾਪਤ ਕੀਤੀ ਹੋਈ ਵੱਡੀ ਭਾਰੀ ਦਾਤ ਨੂੰ ਆਪਣੇ ਹੱਥੀਂ ਗਵਾ ਰਹੇ ਹਾਂ। ਇਸ ਵਾਸਤੇ ਬੀਬੀਆਂ ਦਾ ਨਾਮ ਸ਼ੁਰੂ ਤੋਂ ਲੈ ਕੇ ਕੌਰ ਕਹਿਣਾ ਹੈ। ਇਹ ਕਹਿੰਦੇ ਜੀ ਸ਼ਾਦੀ ਤੋਂ ਬਾਅਦ ਕਹਿ ਲਾਂਗੇ, ਨਹੀਂ, ਸ਼ਾਦੀ ਤੋਂ ਬਾਅਦ ਕੌਰ ਨਹੀਂ ਬਣਦੀ ਬੀਬੀ, ਜਦੋਂ ਤੋਂ ਲੈ ਕੇ ਜਨਮ ਲਿਆ ਹੈ ਗੁਰੂ ਕੀ ਸੁਪੁੱਤਰੀ ਹੈ, ਇਸ ਵਾਸਤੇ ਕੌਰ ਹੈ। ਤੇ ਸਿੰਘ ਗੁਰੂ ਦਾ ਪੁੱਤਰ ਹੈ, ਜਦੋਂ ਤੋਂ ਲੈ ਕੇ ਜਨਮ ਲਿਆ ਹੈ, ਸਿੰਘ ਦੇ ਘਰ ਵਿੱਚ ਜਨਮ ਲੈਂਦਾ ਕਰਕੇ ਇਸ ਵਾਸਤੇ ਜਨਮ ਤੋਂ ਲੈ ਕੇ ਸਿੰਘ ਕਹਿਣਾ ਹੈ। ਇਹ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ, ਮਿਹਰਾਂ ਕੀਤੀਆਂ, ਸ਼ਸਤਰ ਬਖਸ਼ੇ, ਘੋੜੇ ਬਖਸ਼ੇ, ਸਵਾਰੀਆਂ ਬਖਸ਼ੀਆਂ, ਦਸਤਾਰਾਂ ਬਖਸ਼ੀਆਂ, ਦਸਤਾਰਾਂ ਦਿੱਤੀਆਂ ਮਹਾਰਾਜ ਸਾਹਿਬ ਜੀ ਨੇ ਤੇ ਕਲਗੀਆਂ ਸਜਾਈਆਂ। ਤਾਈਏ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਕਲਗੀਆਂ ਵਾਲੇ ਆਪਾਂ ਕਹਿੰਦੇ ਹਾਂ, ਬਾਜਾਂ ਵਾਲੇ ਕਹਿੰਦੇ ਹਾਂ, ਸ਼ਾਹ ਸਵਾਰ ਕਹਿੰਦੇ ਹਾਂ, ਤਖਤਾਂ ਦੇ ਮਾਲਕ ਕਹਿੰਦੇ ਹਾਂ। ਤੇ ਸੱਚੇ ਪਾਤਸ਼ਾਹ ਹਨ ਮੇਰੇ ਮਹਾਰਾਜ, ਨਿਰੇ ਪਾਤਸ਼ਾਹ ਨਹੀਂ, ਮਹਾਰਾਜੇ ਨਹੀਂ, ਸੱਚੇ ਪਾਤਸ਼ਾਹ ਜੀ ਆਪ ਜੀ ਹਨ। ਸੋ ਆਪ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਹੈ ਕਿ ਪੁੱਠਾ ਮਾਸ ਗੁਰੂ ਕੇ ਪਿਆਰਿਓ ਕਦੇ ਨਹੀਂ ਖਾਣਾ। ਇੰਨੀਆਂ ਕੁਰਬਾਨੀਆਂ ਕਰਕੇ ਜਿਹੜੀ ਕੁਰੀਤੀ ਹਟਾਈ, ਉਹਨਾਂ ਨੂੰ ਬਿਨਾਂ ਹੀ ਕਾਰਨ ਤੋਂ ਐਸੀ ਕੁਰਬਾਨੀ ਨੂੰ ਐਵੇਂ ਖੇ ਵਿੱਚ ਰੋਲ ਦੇਣਾ ਕਿੱਡਾ ਮਹਾਨ ਪਾਪ ਤੇ ਸਾਡੀ ਗਲਤੀ ਤੇ ਘਾਟੇ ਦੀ ਗੱਲ ਹੈ। ਇਸ ਵਾਸਤੇ ਉਹ ਮਾਸ ਜਿਸ ਦੇ ਉੱਪਰ ਕਲਮਾ ਪੜ੍ਹਿਆ ਗਿਆ ਹੋਵੇ, ਸੋ ਉਹ ਮਾਸ ਕਦੇ ਵੀ ਨਹੀਂ ਖਾਣਾ। ਬਾਕੀ ਦੇ ਮਾਸ ਦੇ ਬਾਰੇ ਵੀ ਆਮ ਸੰਗਤਾਂ ਪੁੱਛ ਲੈਂਦੀਆਂ ਜੀ ਫਿਰ ਦੂਜਾ ਤਾਂ ਖਾ ਲਿਆ ਕਰੀਏ ਨਾ, ਉਹ ਤਾਂ ਖੁੱਲ੍ਹ ਹੈ ਨਾ। ਸੋ ਉਹਦੇ ਬਾਰੇ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਖੁੱਲ੍ਹ ਕਿਤੇ ਵੀ ਨਹੀਂ ਆਈ। ਕਈ ਕਹਿੰਦੇ ਜੀ ਇੱਕ ਸਲੋਕ ਆਉਂਦਾ ਮਲਾਰ ਦੀ ਵਾਰ ਵਿੱਚ, ਸੋ ਉਹਦੇ ਵਿੱਚ ਇਹ ਹੀ ਆਉਂਦਾ ਮਾਸ ਕਰ ਮੂਰਖ ਝਗੜਾ ਗਿਆਨ ਧਿਆਨ ਨਹੀਂ ਜਾਣਾ, ਕੌਣ ਮਾਸ ਕੌਣ ਸਾਗ ਕਹਾਵਾ ਕਿਸ ਮੈਂ ਪਾਪ ਸਮਾਣਾ, ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣਾ। ਸੋ ਉਹਦੇ ਅਰਥ ਜੇ ਚੰਗੀ ਤਰ੍ਹਾਂ ਕਰਕੇ ਵੇਖੀਏ ਤਾਂ ਹੋਰ ਹੀ ਨਿਕਲਦੇ ਨੇ। ਮਾਸ ਖਾਣ ਦੀ ਆਗਿਆ ਤਾਂ ਕਿਤੇ ਆਈ ਨਹੀਂ, ਜੇ ਕਿਤੇ ਆਈ ਹੈ ਤਾਂ ਕੋਈ ਦੱਸ ਦੇਵੇ, ਫਿਰ ਉਹ ਚੇਤੇ ਕਰ ਲਵਾਂਗੇ ਉਹ ਪੰਕਤੀ ਦੇ ਅਰਥ ਵੀ ਇੱਥੇ ਕਿਹਾ ਹੈ ਕਿ ਮਾਸ ਜ਼ਰੂਰ ਖਾਓ। ਕੌਣ ਮਾਸ ਕੌਣ ਸਾਗ ਕਹਾਵਾ, ਇਹ ਪਤਾ ਨਹੀਂ ਮਾਸ ਕਿਹਨੂੰ ਕਹਿੰਦੇ ਆ ਤੇ ਸਾਗ ਕਿਹਨੂੰ ਕਹਿੰਦੇ, ਭਲਾ ਪਤਾ ਹੈ ਸਾਗ ਕਿਹਨੂੰ ਕਹਿੰਦੇ ਆ? ਮਹਾਰਾਜ ਕਹਿੰਦੇ ਨੇ ਸਾਗ ਉਹ ਹੈ ਜੋ ਧਰਮ ਦੀ ਕਿਰਤ ਕਰਕੇ ਆਪ ਖਾਣਾ, ਉਹਦਾ ਨਾਮ ਸਾਗ ਹੈ। ਤੇ ਮਾਸ ਉਹਦਾ ਨਾਮ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਇਹ ਸੱਚੇ ਪਾਤਸ਼ਾਹ ਨੇ ਮਾਸ ਦਾ ਤੇ ਸਾਗ ਦਾ ਨਿਰਣਾ ਕੀਤਾ ਹੈ। ਮਾਸ ਕਿਹਨੂੰ ਕਹੀਦਾ ਤੇ ਸਾਗ ਕਿਹਨੂੰ ਕਹੀਦਾ। ਤੇ ਫਿਰ ਹੋਰ ਮਨਾ ਕਿੰਨੇ ਥਾਵਾਂ ਤੇ ਕੀਤਾ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ, ਜੋ ਸਭ ਮੈਂ ਇੱਕ ਖੁਦਾਏ ਕਹਿਤ ਹੋ ਤੋ ਕਿਉਂ ਮੁਰਗੀ ਮਾਰੇ, ਮਹਾਂ ਕਸਾਬ ਸ਼੍ਰੀ ਸੱਟ ਪਾਈ, कबीर जी जो मारे जोर कर कहते हैं जो हलाल, दफ्तर लेखा नीकसे तब होए गो कौन हवाल। पांग मछली सुरा पान जो जो प्राणी खाए, तीर्थ वर्त नेम किए सबर सातल जाए। ये गुरु की बाणी दी पंक्तियां हैं सारी। सो खालसा जी किते भी मांस खाना आग्या तो किते है नहीं, मना जरूर थां थां ते श्री गुरु ग्रंथ साहिब च कीता होया। हजूर जा रहे ने वेइंग वल नूं, काजी ने कुकड़ी जिवा की है, अचनचेत हथ विचों छुट गई, गरम गरम वो कुकड़ी ने उड़ाई मारी मुर्गी ने, खून
ਦੀਆਂ ਛਿੱਟਾਂ ਜਾਮੇ ਤੇ ਪਈਆਂ, ਪਲੀਤ ਹੋ ਗਿਆ ਹੈ, ਅਪਵਿੱਤਰ ਹੋ ਗਿਆ ਹੈ, ਲਾ ਦੇਣਾ ਹੈ। ਮੁਸਲਮਾਨ ਜਦੋਂ ਜ਼ਿਬਾ ਕਰਦੇ ਨੇ ਇਹ ਸਾਰਾ ਖੂਨ ਨਿਚੋੜ ਕੇ ਤੇ ਫਿਰ ਬਾਕੀ ਦੇ ਗੋਸ਼ਤ ਨੂੰ ਖਾਂਦੇ ਹਨ। ਉਹ ਖੂਨ ਨੂੰ ਬਹੁਤ ਮਾੜਾ ਸਮਝਦੇ ਨੇ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਵੇਖ ਕੇ ਖੜੇ ਹੋ ਗਏ। ਬੇਪਰਵਾਹ ਅੰਤਰਜਾਮੀ ਸਤਿਗੁਰੂ ਜੀ ਕਹਿੰਦੇ ਨੇ, ਹੇ ਕਾਜੀ ਜੀ, ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ, ਜੋ ਰਤ ਪੀਵਾ ਮਾਨਸਾ ਤਿਨ ਕਿਉਂ ਨਿਰਮਲ ਚੀਤ। ਜੇ ਇਹ ਖੂਨ ਦੀ ਮੈਲ ਦੀ ਛਿੱਟ ਪੈਣ ਤੋਂ ਤਾਂ ਤੇਰਾ ਇਹ ਚੋਗਾ ਸਾਰਾ ਪਲੀਤ ਹੋ ਗਿਆ, ਪਵਿੱਤਰ ਹੋ ਗਿਆ, ਖਰਾਬ ਹੋ ਗਿਆ, ਤੇ ਇਸੇ ਦੇ ਵਿੱਚੋਂ ਹੀ ਬਣਿਆ ਹੋਇਆ ਸਾਰਾ ਮਾਸ ਵਾ, ਜਿਸ ਮਾਸ ਦੇ ਵਿੱਚੋਂ ਹੀ ਨਿਕਲਿਆ ਖੂਨ, ਉਹ ਬਾਕੀ ਦਾ ਮਾਸ ਤੈਨੂੰ ਚੰਗਾ ਲੱਗੇਗਾ, ਸਾਰਾ ਹੀ ਖਾ ਜਾਣਾ, ਫਿਰ ਹਿਰਦਾ ਅਪਵਿੱਤਰ ਨਹੀਂ ਹੋਵੇਗਾ। ਇਸ ਵਾਸਤੇ ਭਾਈ ਜ਼ੁਬਾਨ ਦੇ ਸਵਾਦ ਵਾਸਤੇ ਮਾਸ ਖਾਣ ਦੀ ਸਤਿਗੁਰੂ ਜੀ ਦੀ ਆਗਿਆ ਕਿਤੇ ਨਹੀਂ ਹੈ। ਸਿੰਘ ਜੀ ਪੁਰਾਣੇ ਖਾਂਦੇ ਰਹੇ ਕਿ ਨਾ ਖਾਂਦੇ ਰਹੇ? ਖਾਂਦੇ ਰਹੇ ਭਾਈ। ਕਿਸ ਵਾਸਤੇ ਖਾਂਦੇ ਰਹੇ, ਕਦੋਂ ਖਾਂਦੇ ਰਹੇ? ਅੱਜ ਕੱਲ੍ਹ ਵਰਗੇ ਮਕਾਨ ਨਹੀਂ ਸਨ ਉਹਨਾਂ ਦੇ ਪਾਸ, ਅੱਜ ਕੱਲ੍ਹ ਵਰਗੀਆਂ ਕਾਰਾਂ ਮੋਟਰਾਂ ਤੇ ਸੁੱਖ ਆਰਾਮ ਨਹੀਂ ਸਨ ਉਹਨਾਂ ਦੇ ਪਾਸ। ਰਹਿੰਦੇ ਸਨ ਜੰਗਲਾਂ ਵਿੱਚ, ਪ੍ਰਸ਼ਾਦਾ ਮਿਲਦਾ ਸੀ ਕਦੇ ਕਦੇ, ਕੜਾਕਾ ਰਹਿੰਦਾ ਸੀ ਬਹੁਤਾ, ਉਹ ਬਦਾਮ ਚੱਬ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ, ਉਹ ਅਰਦਾਸ ਕਰਕੇ ਵੀ ਗੁਜ਼ਾਰਾ ਕਰ ਲੈਂਦੇ ਸਨ, ਉਹ ਘਾਹ ਪੱਠੇ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ, ਉਹ ਬਿਰਛਾਂ ਦੀਆਂ ਛਿੱਲਾਂ ਲਾਹ ਕੇ ਵੀ ਗੁਜ਼ਾਰਾ ਕਰ ਲੈਂਦੇ ਸਨ। ਧਰਮ ਦੀ ਰੱਖਿਆ ਕਰਨ ਵਾਸਤੇ, ਪ੍ਰਾਣਾਂ ਨੂੰ ਚਲਾਉਣ ਵਾਸਤੇ ਜੇ ਲੋੜ ਪਵੇ ਤਾਂ ਝਟਕਾ ਕਰਕੇ ਖਾ ਵੀ ਲੈਂਦੇ ਸਨ। ਜ਼ਬਾਨ ਦੇ ਸਵਾਦ ਵਾਸਤੇ ਕਦੇ ਬੱਕਰੇ ਮਾਰ ਮਾਰ ਕੇ ਖਾਣੇ, ਇਹ ਕਿਤੇ ਇਤਿਹਾਸ ਵਿੱਚ ਨਹੀਂ ਆਇਆ। ਇਸ ਵਾਸਤੇ ਖਾਲਸਾ ਜੀ ਬਾਕੀ ਦੀਆਂ ਗੱਲਾਂ ਤਾਂ ਸਾਰੀਆਂ ਛੱਡ ਦੇਣੀਆਂ। ਉਹ ਬਹਾਦਰੀ, ਉਹ ਜੀਵਨ, ਉਹ ਰਹਿਤ ਮਰਯਾਦਾ, ਉਹ ਪਰਉਪਕਾਰ, ਉਹ ਸਾਰੇ ਇੱਕ ਪਾਸੇ ਰੱਖਦੇ ਨੇ। ਤੇ ਕੇਵਲ ਜੀ ਸਿੰਘ ਮਾਸ ਖਾਂਦੇ ਸਨ, ਮਾਸ ਖਾਂਦੇ ਸਨ, ਸਾਨੂੰ ਵੀ ਖਾ ਲੈਣਾ ਚਾਹੀਦਾ। ਇੱਕ ਆਪਣੇ ਮਤਲਬ ਦਾ ਪੱਖ ਲੈ ਲੈਣਾ, ਉਹ ਵੀ ਵੇਖਣਾ ਨਹੀਂ ਕਿ ਕਿਸ ਮੌਕੇ ਤੇ ਖਾਂਦੇ ਰਹੇ। ਸੋ ਇਹ ਐਡੀ ਸਿਆਣਪ ਵਾਲੀ ਗੱਲ ਤਾਂ ਬਹੁਤੀ ਜਾਪਦੀ ਨਹੀਂ। ਰਹੋ ਵਿਚਾਰ, ਹਜੂਰ ਦੇ ਬਚਨਾਂ ਨੂੰ ਪੁੱਠਾ ਮਾਸ ਨਹੀਂ ਕਦੇ ਵੀ ਗੁਰੂ ਕੇ ਸਿੰਘਾਂ ਨੇ ਖਾਣਾ ਹੈ। ਸੋ ਇਹ ਹਜੂਰ ਸੱਚੇ ਪਾਤਸ਼ਾਹ ਵੱਲੋਂ ਮਨਾ ਹੈ, ਪ੍ਰਤੱਖ ਵੀ ਮਨਾ ਹੀ ਹੈ। ਭਾਈ ਸਾਹਿਬ ਜੀ, ਭਾਈ ਰਣਧੀਰ ਸਿੰਘ ਸਾਹਿਬ ਜੀ, ਸੋ ਕਹਿਣ ਲੱਗੇ ਬੜੇ ਕਟੜ ਖਿਆਲਾਂ ਦੇ ਸਨ ਔਰ ਪੂਰਨ ਗੁਰਸਿੱਖ ਸਨ, ਬਹੁਤ ਰਹਿਤ ਮਰਯਾਦਾ ਵਿੱਚ ਪ੍ਰਪੱਕ ਗੁਰਮੁਖ ਪਿਆਰੇ। ਸੋ ਕਹਿਣ ਲੱਗੇ ਭਾਈ ਇਹ ਮੁਰਗੀਆਂ ਨਹੀਂ ਮਾਰ ਕੇ ਖਾਣੀਆਂ ਚਾਹੀਦੀਆਂ। ਕਹਿਣ ਲੱਗੇ ਕਿਉਂ, ਕੀ ਇਹਨਾਂ 'ਚ ਮਾੜਾ ਪੁਣਾ? ਸੋ ਤੇ ਸਿਰ ਤੁਰੇ ਜਾ ਰਹੇ ਸਨ। ਸੋ ਖਾਲਸਾ ਜੀ ਨਫ਼ਰਤ ਪੈਦਾ ਕਰਨ ਵਾਸਤੇ ਗੁਰਮੁਖ ਪਿਆਰਿਆਂ ਦੇ ਚਿੱਤ ਵਿੱਚ ਸੰਕਲਪ ਹੀ ਸੀ, ਤੁਰੇ ਜਾ ਰਹੇ ਸਨ। ਸੋ ਕਿਸੇ ਨੇ ਥੁੱਕਿਆ ਹੈ, ਮੁਰਗੀ ਸੀ ਕੋਲ ਹੀ ਖੜੀ ਹੋਈ, ਸੋ ਕਿਹਾ ਨਹੀਂ ਜਾ ਸਕਦਾ, ਉਹ ਮੁਰਗੀ ਆ ਕੇ ਨੂੰ ਖਾਣ ਲੱਗ ਪਈ। ਕਹਿੰਦੇ ਇਹਨੂੰ ਖਾਣਾ ਜੇ ਦੱਸੋ। ਇੰਨੀ ਨਫ਼ਰਤ ਹੋਈ ਵੇਖਣ ਵਾਲਿਆਂ ਨੂੰ, ਕੰਨਾਂ ਨੂੰ ਹੱਥ ਲਾਏ, ਕਹਿੰਦੇ ਐਦੋਂ ਗਾ ਇਹਨਾਂ ਨੂੰ ਨਹੀਂ ਖਾਂਦੇ। ਸੋ ਕਈ ਤਰ੍ਹਾਂ ਦੇ ਹੋਰ ਤਰੀਕੇ ਕਈ ਕਰਦੇ ਨੇ, ਉਹ ਚੀਜ਼ ਖਾ ਲੈਣੀ ਜ਼ਰੂਰੀ ਹੈ, ਆਹ ਜ਼ਰੂਰੀ ਹੈ। ਇੰਨੀ ਜ਼ਰੂਰੀ ਤਾਂ ਕੋਈ ਨਹੀਂ। ਜਿਹੜੇ ਨਹੀਂ ਵੀ ਖਾਂਦੇ ਮਾਸ, ਹੱਥ ਤੱਕ ਨਹੀਂ ਛੁਹਾਉਂਦੇ, ਮਾਸ ਖਾਣ ਵਾਲਿਆਂ ਨਾਲੋਂ ਕਿਸੇ ਤਰੀਕੇ ਨਾਲ ਵੀ ਉਹ ਘੱਟ ਤਾਕਤ ਵਾਲੇ ਨਹੀਂ ਤੇ ਘੱਟ ਹੌਸਲੇ ਵਾਲੇ ਨਹੀਂ। ਸੋ ਜੇ ਗੁਰੂ ਕੀ ਬਾਣੀ ਵੱਲ ਵੇਖੀਏ ਭਾਈ, ਫਿਰ ਤਾਂ ਮਨਾ ਹੀ ਮਨਾ ਹੈ। ਮਹਾਂ ਕਸਾਬ ਛੁਰੀ ਸੱਟ ਪਾਈ।